ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਤ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਟੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ। ਟੋਡੀ ਮਹੱਲਾ ਪੰਜਵਾਂ। 9 ਸ਼ਬਦ ਆਪਾਂ ਟੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੇ ਵਿਚਾਰ ਚੁੱਕੇ ਹਾਂ। ਆਓ ਉਸ ਤੋਂ ਅੱਗੇ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਟੋਡੀ ਮਹੱਲਾ ਪੰਜਵਾਂ। ਟੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਸ ਮਨ ਉਪਜੋ, ਸਗਲੇ ਦੁਖ ਭਲਾਇਨ। ਸਤਿਗੁਰ ਸਮਝਾਉਂਦੇ ਨੇ ਕਿ ਜਿਨ੍ਹਾਂ ਦੇ ਅੰਦਰ ਸ਼ਾਂਤ ਸਹਿਜ ਪ੍ਰਗਟ ਹੋ ਜਾਂਦਾ ਹੈ, ਮਨ ਦਾ ਰਹੱਸ ਪ੍ਰਾਪਤ ਹੋ ਜਾਂਦਾ ਹੈ, ਪ੍ਰਕਾਸ਼ ਰੂਪ ਹੋ ਜਾਂਦਾ ਹੈ, ਮਨ ਦਾ ਭੇਦ ਪ੍ਰਗਟ ਹੋ ਜਾਂਦਾ ਹੈ, ਸਾਰੇ ਦੁੱਖ ਜੋ ਮਨ ਦੇ ਨੇ ਖਤਮ ਹੋ ਜਾਂਦੇ ਹਨ, ਮਨ ਨਿਰਮਲ ਹੋ ਜਾਂਦਾ ਹੈ, ਹਉਮੈ ਦਾ ਰੋਗ ਖਤਮ ਹੋ ਜਾਂਦਾ ਹੈ, ਵਿਛੋੜਾ ਖਤਮ ਹੋ ਜਾਂਦਾ ਹੈ। ਉਹ ਜੀ ਫਿਰ ਰਸਨਾ ਦੁਆਰਾ ਉਸ ਪ੍ਰਭੂ ਦੇ ਖਜ਼ਾਨਾ, ਕਿਉਂਕਿ ਪਰਮੇਸ਼ਰ ਉਹਨਾਂ ਨੂੰ ਆਪਣਾ ਖਜ਼ਾਨਾ ਬਖਸ਼ਿਸ਼ ਕਰਦਾ ਹੈ, ਫਿਰ ਉਹ ਰਸਨਾ ਦੁਆਰਾ ਉਹ ਗੁਣ ਪਰਮੇਸ਼ਰ ਦੇ ਗੋਪਾਲ ਦੇ ਗਾਉਂਦੇ ਹਨ, ਰਹੋ ਭਗਤੀਆਂ ਹਨ। ਜੋ ਮੰਗੈ ਸੋਈ ਸੋਈ ਪਾਵੈ, ਸੇਬ ਹਰਿ ਕੇ ਚਰਨ ਰਸ ਹੈ। ਜਦੋਂ ਮਨ ਜੁੜ ਜਾਂਦਾ ਪਰਮੇਸ਼ਰ ਦੇ ਚਰਨਾਂ ਦੇ ਵਿੱਚ, ਮਨ ਦੀ ਸੋਝੀ ਹੋ ਜਾਂਦੀ ਹੈ, ਮਨ ਦਾ ਰਹੱਸ ਪ੍ਰਗਟ ਹੋ ਜਾਂਦਾ ਹੈ, ਪ੍ਰਭੂ ਖਜ਼ਾਨਾ ਬਖਸ਼ਿਸ਼ ਕਰ ਦਿੰਦਾ ਹੈ। ਫਿਰ ਜੋ ਵੀ ਉਸ ਪ੍ਰਭੂ ਤੋਂ ਮੰਗਦੇ ਹਨ ਉਹ ਪ੍ਰਾਪਤ ਹੁੰਦਾ ਹੈ। ਕਿਸ ਦੇ ਵਾਸਤੇ? ਮਨ ਦੇ ਵਾਸਤੇ। ਇੱਕ ਸੰਸਾਰੀ ਵਸਤਾਂ ਨੇ ਜਿਹੜੀਆਂ ਤਨ ਦੇ ਵਾਸਤੇ ਜ਼ਰੂਰੀ ਹਨ ਜਾਂ ਤਨ ਦੀਆਂ ਲੋੜਾਂ ਹਨ, ਉਹ ਸਾਰੀਆਂ ਕਾਲ ਦੇ ਸਪੁਰਦ ਹਨ, ਕਿਉਂਕਿ ਕਾਲ ਦੇ ਦਾਇਰੇ ਚ ਦਿੱਤੀਆਂ ਹਨ, ਕਾਲ ਨੂੰ ਸੌਂਪੀਆਂ ਹਨ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਖੰਡ ਪਤਾਲ ਦੀਪ ਸਭ ਲੋਆ ਸਭ ਕਾਲੇ ਵਸ ਆ ਪ੍ਰਭ ਕੀਆ। ਜਿਹੜੇ ਮਨ ਦੀਆਂ ਵਸਤਾਂ ਨੇ ਉਹ ਪਰਮੇਸ਼ਰ ਦੇ ਕੋਲ ਹਨ। ਇਸ ਕਰਕੇ ਮਨ ਜੋ ਮੰਗਦਾ ਹੈ ਉਹ ਪ੍ਰਾਪਤ ਕਰਦਾ ਹੈ ਤੇ ਹਰੀ ਦੇ ਚਰਨਾਂ ਦੀ ਸੇਵਾ ਕਰਦਾ ਹੈ, ਗੁਰ ਦੀ ਸੇਵਾ ਕਰਦਾ ਹੈ। ਜਨਮ ਮਰਨ ਦੂਹਾਂ ਤੇ ਛੂਟੈ, ਭਵ ਜਲ ਜਗਤ ਤਰਾਇਨ। ਭਵ ਸਾਗਰ ਨੂੰ ਜਿਹੜੇ ਤਾਰਦੇ ਨੇ, ਕੌਣ ਤਾਰਦਾ ਹੈ? ਦੂਜੇ ਜੀਵਾਂ ਨੂੰ ਜਿਹੜੇ ਆਪ ਮੁਕਤ ਹੋਏ ਹੁੰਦੇ ਨੇ, ਜਿਹੜੇ ਆਪ ਜਨਮ ਮਰਨ ਤੋਂ ਛੁੱਟੇ ਨੇ, ਉਹੀ ਫਿਰ ਭਵ ਸਾਗਰ ਨੂੰ ਪਾਰ ਕਰਵਾਉਂਦੇ ਹਨ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਸਮਝਾਉਂਦੇ ਨੇ ਸਤਿਗੁਰੂ ਜੀ ਕਿ ਖੋਜਦੇ ਖੋਜਦੇ ਸਾਰਾ ਵੇਦਾਂ ਸ਼ਸਤਰਾਂ ਨੂੰ ਸਭ ਕੁਝ ਖੋਜਣ ਤੋਂ ਬਾਅਦ ਤਤ ਦੀ ਵਿਚਾਰ ਆਉਂਦੀ ਹੈ। ਉਹੀ ਤਤ ਵਿਚਾਰ ਕਰਦਾ ਹੈ ਜਿਹੜਾ ਉਸ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ, ਜਿਹੜਾ ਗੋਬਿੰਦ ਦੀ ਸੇਵਾ ਕਰਦਾ ਹੈ। ਫਿਰ ਉਹ ਤਤ ਦੀ ਵਿਚਾਰ ਕਰਦਾ ਹੈ, ਤਤ ਦਾ ਗਿਆਨ ਦਿੰਦਾ ਹੈ। ਅਬਿਨਾਸੀ ਕੇ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਜੇ ਅਬਿਨਾਸੀ ਖੇਪ ਜੋ ਖਜ਼ਾਨਾ ਹੈ ਪਰਮੇਸ਼ਰ ਦਾ, ਜੇ ਸਾਨੂੰ ਲੋੜੀਂਦਾ ਹੈ, ਜੇ ਅਸੀਂ ਚਾਹੁੰਦੇ ਹਾਂ, ਫਿਰ ਸਦਾ ਹੀ ਉਸ ਪਰਮੇਸ਼ਰ ਨਾਰਾਇਣ ਵਾਹਿਗੁਰੂ ਨੂੰ ਸਿਮਰਨਾ ਪੈਂਦਾ ਹੈ।
ਫਿਰ ਉਹ ਖਜ਼ਾਨਾ ਬਖਸ਼ਿਸ਼ ਕਰਦਾ ਹੈ, ਫਿਰ ਸਦੀ ਵੀ ਸੁਖ ਪ੍ਰਾਪਤ ਹੁੰਦਾ ਹੈ। ਅਗਲਾ ਸ਼ਬਦ ਹੈ ਫਿਰ ਟੋਡੀ ਮਹੱਲਾ ਪੰਜਵਾਂ। ਨਿੰਦਕ ਗੁਰ ਕਿਰਪਾ ਤੇ ਹਟਿਓ, ਪਾਰ ਬ੍ਰਹਮ ਪ੍ਰਭ ਭਏ ਦਇਆਲਾ, ਸ਼ਿਵ ਕੈ ਬਾਣ ਸਿਰ ਕਾਟਿਓ। ਸਮਝਾਉਂਦੇ ਨੇ ਸਤਿਗੁਰੂ ਜੀ ਕਿ ਸਾਡੇ ਅੰਦਰ ਨਿੰਦਕ ਵੀ ਬੈਠੇ ਨੇ। ਜਿੱਥੇ ਮਨ ਬੈਠਾ ਸਾਡੇ ਅੰਦਰ ਸਰੀਰ ਹੈ, ਸਤਿਗੁਰੂ ਵਸਦਾ ਹੈ, ਮਨ ਵਸਦਾ ਹੈ, ਕਾਲ ਵਸਦਾ ਹੈ, ਨਾਮ ਵਸਦਾ ਹੈ, ਮਾਲਕ ਵੀ ਵਸਦਾ ਹੈ। ਉੱਥੇ ਜਿਹੜੇ ਪੰਜ ਵੀ ਵਸਦੇ ਨੇ, ਜਿਹੜੇ ਨਿੰਦਾ ਕਰਦੇ ਨੇ, ਜਿਹੜੇ ਮਨ ਨੂੰ ਵਿਛੋੜਨ ਦੇ ਵਾਸਤੇ ਯਤਨ ਕਰਦੇ ਨੇ ਤਾਂ ਕਿ ਮਨ ਨੂੰ ਸਜ਼ਾ ਮਿਲੇ। ਪਰ ਜਦੋਂ ਗੁਰ ਕਿਰਪਾ ਕਰਦਾ ਹੈ ਫਿਰ ਮਨ ਇਸ ਤੋਂ ਨਿਰਲੇਪ ਹੋ ਜਾਂਦਾ ਹੈ, ਕਿਉਂਕਿ ਪਰਮੇਸ਼ਰ ਆਪ ਜਦੋਂ ਖੁਸ਼ ਹੁੰਦਾ ਹੈ, ਦਇਆ ਕਰਦਾ ਹੈ, ਆਪਣੇ ਗਿਆਨ ਦੁਆਰਾ, ਗੁਰ ਦੇ ਗਿਆਨ ਦੁਆਰਾ ਸਾਡਾ ਮਨ ਦੀ ਹਉਮੈ ਖਤਮ ਕਰ ਦਿੰਦਾ ਹੈ, ਮਨ ਪ੍ਰਕਾਸ਼ ਹੋ ਜਾਂਦਾ ਹੈ। ਜਦੋਂ ਮਨ ਪ੍ਰਕਾਸ਼ ਹੋ ਜਾਂਦਾ, ਮਨ ਨੂੰ ਸੋਝੀ ਹੋ ਜਾਂਦੀ ਹੈ, ਫਿਰ ਮਨ ਕਿਸੇ ਦੀ ਨਿੰਦਾ ਨਹੀਂ ਕਰਦਾ, ਫਿਰ ਸੱਚ ਦੀ ਗੱਲ ਕਰਦਾ ਹੈ। ਨਿੰਦਾ ਹੁੰਦੀ ਹੈ ਕੋਈ ਸੱਚੇ ਨੂੰ ਝੂਠਾ ਕਹਿਣਾ, ਫਿਰ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦਾ ਹੈ। ਪਰ ਇਹ ਪ੍ਰਭੂ ਜਦੋਂ ਦਇਆ ਕਰਦਾ ਹੈ, ਜਦੋਂ ਸਾਨੂੰ ਸੋਝੀ ਬਖਸ਼ਿਸ਼ ਕਰ ਦਿੰਦਾ ਹੈ। ਇਹ ਰਹੋ ਪੰਕਤੀਆਂ ਨੇ। ਕਾਲ ਜਾਲ ਜਮ ਜੋਹ ਨਾ ਸਾਕੈ, ਸੱਚ ਕਾ ਪੰਥਾ ਥਾਟਿਓ। ਕਹਿੰਦੇ ਸੱਚ ਦਾ ਮਾਰਗ, ਗੋਬਿੰਦ ਮਾਰਗ ਪ੍ਰਾਪਤ ਹੋ ਜਾਂਦਾ ਹੈ, ਉਸਨੂੰ ਮੰਨ ਲੈਂਦਾ ਹੈ, ਉਸ ਤੇ ਚੱਲ ਪੈਂਦਾ ਹੈ। ਜਿੱਥੇ ਫਿਰ ਕਾਲ ਤੇ ਜਾਲ, ਮੋਹ, ਇਹ ਜਿਹੜਾ ਕਾਲ ਨੇ ਮੋਹ ਦਾ ਜਾਲ ਪਾਇਆ ਹੈ, ਇਹ ਫਿਰ ਮਨ ਨੂੰ ਜੋ ਨਹੀਂ ਸਕਦਾ, ਮਨ ਇਹਦੇ ਵਿੱਚ ਨਹੀਂ ਫਸਦਾ, ਕਿਉਂਕਿ ਮਾਰਗ ਹੀ ਗੋਬਿੰਦ ਮਾਰਗ ਤੇ ਚੱਲ ਪੈਂਦਾ ਹੈ, ਜੋ ਸੱਚ ਦਾ ਮਾਰਗ ਹੈ। ਇਹ ਸੰਸਾਰ ਦਾ ਮਾਰਗ, ਲੋਭ ਦਾ, ਕ੍ਰੋਧ ਦਾ, ਮੋਹ ਦਾ, ਹੰਕਾਰ ਦਾ, ਕਾਮ, ਇਹ ਸਾਰਾ ਝੂਠ ਦਾ ਮਾਰਗ ਹੈ। ਇਸ ਕਰਕੇ ਗੋਬਿੰਦ ਮਾਰਗ ਤੇ ਚੱਲ ਪੈਂਦਾ ਹੈ, ਜੀਵ ਸੱਚ ਦੇ ਮਾਰਗ ਤੇ ਚੱਲਦਾ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁੰਜੀ ਦੇ ਪ੍ਰਵਾਨ। ਕਾਮ ਕ੍ਰੋਧ ਨਾ ਮੋਹੀਐ, ਬਿਨ ਸਹਿ ਲੋਭ ਸਵਾਨ। ਖਾਤ ਖਰਚਤ ਕਿਛ ਨਿਖੁਟਤ ਨਾਹੀ, ਰਾਮ ਰਤਨ ਧਨ ਖਾਟਿਓ। ਜਦੋਂ ਉਸ ਸੱਚੇ ਮਾਰਗ ਤੇ ਜੀਵ ਚੱਲਦਾ ਹੈ, ਪ੍ਰਭੂ ਕਿਰਪਾ ਕਰਦਾ ਹੈ, ਤੇ ਉਹ ਧਨ ਖਰਚ, ਉਹ ਬਖਸ਼ਿਸ਼ ਕਰ ਦਿੰਦਾ ਹੈ। ਧਨ ਜਿੰਨਾ ਮਰਜੀ ਖਾਈਏ ਖਰਚੀਏ, ਕਦੇ ਤੋਟ ਨਹੀਂ ਆਉਂਦੀ, ਕਦੇ ਮੁੱਕਦਾ ਨਹੀਂ, ਨਿਖੁੱਟਦਾ ਨਹੀਂ ਹੈ। ਉਹ ਰਾਮ ਰਤਨ ਧਨ ਜੀਵ ਖੜਦਾ ਹੈ, ਪਰ ਖੜਦਾ ਕਦੋਂ ਹੈ? ਗੁਰ ਦੀ ਕਿਰਪਾ ਸਦਕਾ, ਸੱਚੇ ਮਾਰਗ ਤੇ ਚੱਲ ਕੇ, ਗੋਬਿੰਦ ਮਾਰਗ ਤੇ ਚੱਲ ਕੇ ਉਹ ਰਸ ਫਿਰ ਧਨ ਕਹਿੰਦੇ ਪ੍ਰਾਪਤ ਕੀਤਾ ਹੈ। ਭਸਮਾ ਭੂਤ ਹੋਆ ਖਿਨ ਭੀਤਰ, ਆਪਣਾ ਕੀਆ ਪਾਇਆ। ਫਿਰ ਜਿਹੜਾ ਸਾਡਾ ਮਨ ਦਾ ਸਥੂਲ ਰੂਪ ਹੁੰਦਾ ਹੈ, ਉਹ ਇੱਕ ਖਿਨ ਦੇ ਵਿੱਚ ਹੀ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਇੱਥੋਂ ਤੇ ਮਨ ਪ੍ਰਕਾਸ਼ ਹੋ ਜਾਂਦਾ ਹੈ, ਸਾਰਾ ਹੀ ਮੁਖ ਉਜਲ ਹੋ ਜਾਂਦਾ ਹੈ। ਪਰ ਕਦੋਂ? ਜਦੋਂ ਗੁਰ ਤੇ ਗਿਆਨ ਲੈ ਕੇ ਕਮਾਉਂਦਾ ਹੈ, ਫਿਰ ਮਾਲਕ ਦਇਆ ਕਰਦਾ ਹੈ, ਮਨ ਦਾ ਆਪਾ ਖਤਮ ਹੋ ਜਾਂਦਾ ਹੈ। ਆਗਮ ਨਿਗਮ ਕਹੇ ਜਨ ਨਾਨਕ, ਸਭ ਦੇਖਾ ਲੋਕ ਸਭੈ। ਫਿਰ ਹੀ ਮਨ ਜਾ ਕੇ ਉਸ ਪ੍ਰਭੂ ਦਾ ਗਿਆਨ ਬਖਸ਼ਿਸ਼ ਕਰਦਾ ਹੈ, ਪ੍ਰਭੂ ਦੇ ਸਿਫਤ ਸਲਾਹ ਕਰਦਾ ਹੈ, ਕਿਉਂਕਿ ਪ੍ਰਭੂ ਖਜ਼ਾਨਾ ਬਖਸ਼ਿਸ਼ ਕਰ ਦਿੰਦਾ ਹੈ। ਫਿਰ ਲੋਕ ਉਸ ਨੂੰ ਸੁਣਦੇ ਨੇ, ਦੇਖਦੇ ਨੇ, ਫਿਰ ਉਹ ਭੇਦ ਦਿੰਦਾ ਹੈ ਜਿਹੜਾ ਅਚਰਜ ਦਾ ਭੇਦ ਹੈ, ਜੋ ਵੇਦਾਂ ਸ਼ਸਤਰਾਂ ਦੇ ਵਿੱਚ ਵੀ ਦਿੱਤਾ ਹੋਇਆ ਹੈ, ਪਰ ਸਮਝ ਨਹੀਂ ਆਉਂਦੀ। ਜੋ ਸ਼ਬਦਾਂ ਵਿੱਚ ਸਮਝਾਇਆ ਹੋਇਆ ਹੈ ਪਰ ਸਮਝ ਨਹੀਂ ਆਉਂਦੀ, ਫਿਰ ਉਹ ਪਰਮੇਸ਼ਰ ਉਹ ਖਜ਼ਾਨਾ, ਉਹ ਸੋਝੀ ਬਖਸ਼ਿਸ਼ ਕਰ ਦਿੰਦਾ ਹੈ, ਜਿਸ ਦੇ ਗਿਆਨ ਦੁਆਰਾ ਆਪਾਂ ਸਾਰੇ ਹੀ ਉਸ ਮਾਲਕ ਨੂੰ ਦੇਖ ਸਕਦੇ ਹਾਂ, ਸਾਰੇ ਹੀ ਉਸ ਸੱਚ ਦੇ ਮਾਰਗ ਤੇ ਚੱਲ ਸਕਦੇ ਹਾਂ।
ਅਗਲਾ ਫਿਰ ਸ਼ਬਦ ਟੋਡੀ ਮਹੱਲਾ ਪੰਜਵਾਂ। ਟੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਕਿਰਪਨ ਤਨ ਮਨ ਕਿਲ ਵੇਖ ਭਰੇ, ਸਾਧ ਸੰਗ ਭਜਨ ਕਰ ਸੁਆਮੀ, ਢਾਕਣ ਕੋ ਇੱਕ ਹਰੇ। ਜਿਹੜੇ ਜੀਵ ਮਨ ਤੇ ਤਨ ਜਿਨ੍ਹਾਂ ਦਾ ਭਰਿਆ ਪਿਆ ਹੈ ਪਾਪਾਂ ਦੇ ਨਾਲ, ਕਿਉਂਕਿ ਪ੍ਰਭੂ ਦੀ ਸਿਫਤ ਸਲਾਹ ਨਹੀਂ ਕਰਦੇ, ਪ੍ਰਭੂ ਦਾ ਸਿਮਰਨ ਨਹੀਂ ਕਰਦੇ। ਸਿਫਤ ਸਲਾਹ ਤਾਂ ਚਲੋ ਜਦੋਂ ਖਜ਼ਾਨਾ ਬਖਸ਼ ਕਰਦਾ ਫਿਰ ਹੀ ਕਰ ਸਕਦੇ ਹਾਂ। ਸੰਗਤ ਨਹੀਂ ਕਰਦੇ, ਜਿਹਨੂੰ ਆਪਾਂ ਕਹਿ ਸਕਦੇ ਸੰਗਤ ਵਿੱਚ ਨਹੀਂ ਜਾਂਦੇ। ਕੰਮਾਂ ਕਾਰਾਂ ਦੇ ਵਿੱਚ ਹੀ ਜੀਵ ਫਸਿਆ ਰਹਿੰਦਾ ਹੈ। ਫਿਰ ਤਨ ਤੇ ਮਨ ਕਿਲ ਵੇਖ ਨਾਲ ਭਰ ਜਾਂਦੇ ਹਨ, ਮਨ ਨੂੰ ਪਾਪ ਲੱਗਦਾ ਹੈ। ਸਾਧ ਸੰਗ ਭਜਨ ਕਰ ਸੁਆਮੀ, ਢਾਕਣ ਕੋ ਇੱਕ ਹਰੇ। ਐਸੇ ਜੀਵ ਵੀ ਫਿਰ ਜੇ ਸਾਧੂ ਜਨਾਂ ਦੀ ਸੰਗਤ ਦੇ ਵਿੱਚ ਆ ਕੇ ਪ੍ਰਭੂ ਦੀ ਭਗਤੀ ਕਰਦੇ ਹਨ, ਫਿਰ ਵੀ ਉਹਨਾਂ ਦਾ ਜਿਹੜਾ ਮਨ ਨਿਰਮਲ ਹੋ ਜਾਂਦਾ ਹੈ। ਉਹਨਾਂ ਦੇ ਕੀਤੇ ਪਾਪਾਂ ਨੂੰ, ਪਰਦਿਆਂ ਨੂੰ ਪ੍ਰਭੂ ਕੱਜ ਲੈਂਦਾ ਹੈ, ਕਿਉਂਕਿ ਉਹ ਸਾਡੇ ਮੁਖ ਤੇ ਐਸਾ ਨਾਮ ਰੂਪੀ ਕੱਪੜਾ ਪਾ ਦਿੰਦਾ ਹੈ ਜਿਸ ਨੂੰ ਫਿਰ ਕਦੇ ਮੈਲ ਨਹੀਂ ਲੱਗਦੀ। ਪਰ ਉਹ ਹੀ ਪਾ ਸਕਦਾ ਹੈ, ਉਸਦੇ ਕੋਲ ਹੀ ਹੈ। ਅਨੇਕ ਛਿਦਰ ਬੋਹਿਤ ਕੇ ਛੁਟਕਤ, ਥਾਮ ਨਾ ਜਾਹੀ ਕਰੇ। ਜਿਵੇਂ ਕੋਈ ਬੇੜਾ ਹੁੰਦਾ, ਉਸਨੂੰ ਛੇਕ ਹੋ ਜਾਣ, ਏਦਾਂ ਜਿਹੜਾ ਸਾਡਾ ਸਰੀਰ ਹੈ ਇਹ ਵੀ ਜਰਜਰਾ ਹੋ ਜਾਂਦਾ ਹੈ। ਅਨੇਕਾਂ ਛੇਕ ਹੋ ਜਾਂਦੇ ਨੇ ਸਰੀਰ ਰੂਪੀ ਬੇੜੇ ਨੂੰ। ਇਸ ਨੇ ਇੱਕ ਦਿਨ ਨਾਸ ਹੋ ਜਾਣਾ, ਕਿਉਂਕਿ ਇਹ ਥੰਮਿਆ ਨਹੀਂ ਜਾ ਸਕਦਾ। ਜਿਸ ਕਾ ਬੋਹਿਤ ਤਿਸ ਅਰਾਧੇ, ਖੋਟੇ ਸੰਗ ਖਰੇ। ਹਾਂ, ਸਤਿਗੁਰ ਸਮਝਾਉਂਦੇ ਨੇ ਜਿਹਨੇ ਬੇੜਾ ਦਿੱਤਾ ਹੈ, ਜਿਹਦਾ ਬੇੜਾ ਉਸਨੂੰ ਅਰਾਧਨਾ ਸ਼ੁਰੂ ਕਰ ਦਈਏ, ਉਹ ਖੋਟਿਆਂ ਨੂੰ ਵੀ ਖਰਿਆਂ ਦਾ ਸੰਗ ਕਰਕੇ ਤਰ ਦਿੰਦਾ ਹੈ। ਕਿਉਂਕਿ ਜਿਹੜੇ ਖਰੇ ਹੁੰਦੇ ਨੇ ਉਹਨਾਂ ਦੇ ਕੋਲ ਬੇੜਾ ਜਰਜਰਾ ਨਹੀਂ ਹੁੰਦਾ, ਉਹਨਾਂ ਦਾ ਬੇੜਾ ਸਾਬਤ ਹੁੰਦਾ ਹੈ। ਉਹਨਾਂ ਦਾ ਸੰਗ ਕਰਕੇ ਖੋਟੇ ਵੀ ਤਰ ਜਾਂਦੇ ਹਨ। ਜਦੋਂ ਅਸੀਂ ਪ੍ਰਭੂ ਨੂੰ ਆਰਾਧਨਾ ਸ਼ੁਰੂ ਕਰਦੇ, ਕਿਉਂਕਿ ਬੇੜਾ ਕਿਸ ਦਾ ਹੈ? ਪਰਮੇਸ਼ਰ ਦਾ। ਗੱਲੀ ਸੈਲ ਉਠਾਵਤ ਚਾਹੇ, ਓਏ ਉਹਾ ਹੀ ਤਰੇ। ਗੱਲਾਂ ਦੇ ਨਾਲ ਸਮਝਾਉਂਦੇ ਨੇ ਕਿ ਇੱਥੇ ਨਹੀਂ ਚੱਲਿਆ ਜਾਂਦਾ। ਜਿਵੇਂ ਕੋਈ ਪੱਥਰ, ਬਹੁਤ ਭਾਰਾ ਪੱਥਰ ਹੋਵੇ, ਗੱਲਾਂ ਨਾਲ ਤਾਂ ਜੀਵ ਕਹਿੰਦਾ ਮੈਂ ਇਸ ਨੂੰ ਇਹ ਕਰ ਦੂੰਗਾ, ਚੱਕ ਕੇ ਉੱਥੇ ਲੈ ਜਾਊਂਗਾ। ਪਰ ਜਦੋਂ ਚੱਕਦਾ ਹੈ, ਭਾਰਾ ਦੇਖ ਕੇ ਉੱਥੇ ਰੱਖ ਦਿੰਦਾ ਹੈ, ਕਿਉਂਕਿ ਇਹ ਗੁਰ ਦੇ ਗਿਆਨ ਤੋਂ, ਪ੍ਰਭੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦਾ। ਜੀਵ ਆਪ ਨਹੀਂ ਕਰ ਸਕਦਾ। ਜੋਰ ਸਖਤ ਨਾਨਕ ਕਿਛ ਨਾਹੀ, ਪ੍ਰਭ ਰਾਖੋ ਸਰਨ ਪਰੇ। ਕਹਿੰਦੇ ਇੱਥੇ ਆਪਣੀ ਜ਼ੋਰ ਨਹੀਂ ਚੱਲਦਾ, ਕੋਈ ਤਾਕਤ ਨਹੀਂ ਚੱਲਦੀ ਇੱਥੇ। ਇਸ ਮਾਰਗ ਤੇ ਇਸ ਨੂੰ ਪ੍ਰਾਪਤ ਕਰਨਾ, ਇਹ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਇਆ ਹੀ ਪ੍ਰਾਪਤ ਹੁੰਦਾ ਹੈ। ਜੋਰ ਸਖਤ ਨਾਨਕ ਕਿਛ ਨਾਹੀ, ਇੱਥੇ ਜ਼ੋਰ ਤਾਕਤ ਨਹੀਂ ਚੱਲਦੀ। ਪ੍ਰਭ ਰਾਖੋ ਸਰਨ ਪਰੇ, ਪ੍ਰਭੂ ਦੀ ਸ਼ਰਨ ਚਲੇ ਜਾਂਦੇ, ਉਹੀ ਸਾਨੂੰ ਰੱਖ ਸਕਦਾ ਹੈ, ਉਹੀ ਸਾਨੂੰ ਭਵਸਾਗਰ ਤੋਂ ਤਰ ਸਕਦਾ ਹੈ, ਉਹੀ ਸਾਨੂੰ ਖੋਟਿਆਂ ਨੂੰ ਖਰਿਆਂ ਦਾ ਸੰਗ ਕਰਕੇ ਤਰ ਦਿੰਦਾ ਹੈ। ਅਗਲਾ ਫਿਰ ਸ਼ਬਦ ਟੋਡੀ ਮਹੱਲਾ ਪੰਜਵਾਂ। ਟੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਹਰ ਕੇ ਚਰਨ ਕਮਲ ਮਨ ਧਿਆਨ। ਕਹਿੰਦੇ ਹਰੀ ਦੇ ਚਰਨ ਕਮਲਾਂ ਨੂੰ ਮਨ ਦੇ ਵਿੱਚ ਧਿਆਉਂਦਾ ਹਾਂ। ਕਾਰ ਕੁਠਾਰ ਪਿਤ ਬਾਤ ਹੰਤਾ, ਔਖਦ ਹਰ ਕੋ ਨਾਉ। ਐਸਾ ਕਹਿੰਦੇ ਪ੍ਰਭੂ ਨੇ ਕਿਰਪਾ ਕੀਤੀ ਹੈ, ਸਾਨੂੰ ਆਪਣੀ ਦਵਾਈ ਹਰੀ ਦਾ ਨਾਮ ਬਖਸ਼ਿਸ਼ ਕਰ ਦਿੱਤਾ ਹੈ ਕਿ ਸਾਡੇ ਅੰਦਰੋਂ ਜਿਹੜੇ ਰੋਗ ਸੀ, ਕਾਮ ਕ੍ਰੋਧ ਹੰਕਾਰ, ਇਹਨਾਂ ਨੂੰ ਨਾਸ ਕਰ ਦਿੱਤਾ ਹੈ। ਕਿਉਂਕਿ ਬੁਰਾਈਆਂ ਸਾਡੇ ਅੰਦਰੋਂ ਤਾਂ ਹੀ ਨਾਸ ਹੁੰਦੀਆਂ ਨੇ ਜਦੋਂ ਅਸੀਂ ਪ੍ਰਭੂ ਦੇ ਚਰਨ ਕਮਲਾਂ ਦੇ ਵਿੱਚ ਮਨ ਨੂੰ ਜੋੜਦੇ ਹਾਂ ਤੇ ਧਿਆਉਣਾ ਸ਼ੁਰੂ ਕਰਦੇ ਹਾਂ। ਜਿਨ੍ਹਾਂ ਨੇ ਜੋੜਿਆ, ਮਨ ਨੂੰ ਧਿਆਇਆ ਹੈ, ਉਹਨਾਂ ਫਿਰ ਸਾਨੂੰ ਦੱਸ ਦਿੱਤਾ
ਕਿ ਏਦਾਂ ਫਿਰ ਉਹ ਨਾਮ ਦਾਰੂ ਬਣ ਜਾਂਦੀ ਹੈ, ਜਿਹੜੀ ਸਾਡੇ ਪਾਪਾਂ ਦਾ ਨਾਸ਼ ਕਰ ਦਿੰਦੀ ਹੈ। ਸਾਨੂੰ ਮਨ ਨੂੰ ਇਸ ਮੋਹ ਮਾਇਆ ਚੋਂ ਕੱਢ ਕੇ ਨਾਮ ਨਾਲ ਜੋੜ ਦਿੰਦੀ ਹੈ। ਸ਼ੁੱਧ ਕਰ ਦਿੰਦੀ ਹੈ। ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਤਿੰਨ ਤਾਪ ਜਿਹੜੇ ਤ੍ਰੈਗੁਣੀ ਤਾਪ ਹੈ, ਇਸ ਨੂੰ ਆਪ ਨਿਵਾਰਨ ਹਾਰ ਹੈ ਪਰਮੇਸ਼ਰ। ਦੁੱਖਾਂ ਦਾ ਨਾਸ਼ ਕਰਦਾ ਹੈ ਤੇ ਸੁੱਖਾਂ ਦਾ ਧਨ ਬਖਸ਼ਿਸ਼ ਕਰ ਦਿੰਦਾ ਹੈ। ਸੁੱਖਾਂ ਦੀ ਕਿਰਪਾ ਕਰ ਦਿੰਦਾ ਹੈ, ਸੁੱਖਾਂ ਦੀ ਰਾਸ਼ੀ ਬਖਸ਼ਿਸ਼ ਕਰ ਦਿੰਦਾ ਹੈ। ਤਾਕੋ ਬਿਗਨ ਨਕੂ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਪਰ ਉਹਨਾਂ ਜੀਵਾਂ ਨੂੰ ਹੀ ਇਹ ਬਿਗਨ ਨਹੀਂ ਲੱਗਦਾ ਤ੍ਰੈ ਗੁਣਾ ਦਾ, ਜਿਨ੍ਹਾਂ ਦੀ ਅਰਦਾਸ ਪਰਮੇਸ਼ਰ ਦੇ ਅੱਗੇ ਹੈ। ਜਦ ਤੱਕ ਸਾਨੂੰ ਪਰਮੇਸ਼ਰ ਦਾ ਭੇਤ ਨਹੀਂ ਹੈ, ਉਸਦੇ ਦਰ ਦਾ ਭੇਤ ਨਹੀਂ ਹੈ, ਤੇ ਅਸੀਂ ਅਰਦਾਸ ਕਿਵੇਂ ਕਰ ਸਕਦੇ ਹਾਂ? ਕਿਉਂਕਿ ਦਰ ਤੇ ਜਾ ਕੇ ਅਰਦਾਸ ਕਰਾਂਗੇ, ਫਿਰ ਉਹ ਪਰਮੇਸ਼ਰ ਸਾਡੀ ਰੱਖਿਆ ਕਰਦਾ ਹੈ। ਸਾਨੂੰ ਤਿੰਨ ਤਾਪਾਂ ਤੋਂ, ਤ੍ਰੈ ਗੁਣਾ ਜਿਹੜਾ ਤਾਪ ਹੈ, ਇਸ ਤੋਂ ਆਪ ਨਿਵਾਰ ਲੈਂਦਾ ਹੈ। ਦੁੱਖਾਂ ਦਾ ਨਾਸ਼ ਕਰ ਦਿੰਦਾ, ਸੁੱਖਾਂ ਦਾ ਧਨ ਬਖਸ਼ਿਸ਼ ਕਰ ਦਿੰਦਾ ਹੈ। ਫਿਰ ਕੋਈ ਵੀ ਵਿਘਨ ਨਹੀਂ ਲੱਗਦਾ। ਪਰ ਅਰਦਾਸ ਉਸ ਪ੍ਰਭੂ ਦੇ ਅੱਗੇ ਹੋਣੀ ਚਾਹੀਦੀ ਹੈ ਜੋ ਸਮਰੱਥ ਹੈ। ਸੰਤ ਪ੍ਰਸਾਦ ਬੈਦ ਨਾਰਾਇਣ, ਕਰਨ ਕਾਰਨ ਪ੍ਰਭ ਏਕ। ਕਰਨ ਕਾਰਨ ਜਿਹੜਾ ਹੈ ਪ੍ਰਭੂ ਹੀ ਹੈ, ਇੱਕ ਹੀ ਕਰਨ ਵਾਲਾ ਹੈ। ਤੇ ਸੰਤਾਂ ਦਾ ਦੁਆਰਾ ਇਹ ਕਰਦਾ ਹੈ। ਸੰਤਾਂ ਦੁਆਰਾ ਸਾਨੂੰ ਗੁਰ ਦਾ ਗਿਆਨ ਦਿੰਦਾ ਹੈ, ਜਿਹਦੇ ਦੁਆਰਾ ਫਿਰ ਸਾਨੂੰ ਉਸ ਪ੍ਰਭੂ ਦਾ ਮਿਲਾਪ ਹੁੰਦਾ ਹੈ। ਬਾਲ ਬੁੱਧ ਪੂਰਨ ਸੁਖਦਾਤਾ, ਨਾਨਕ ਹਰ ਹਰ ਟੇਕ। ਤੇ ਸਮਝਾਉਂਦੇ ਨੇ ਕਿ ਸੰਤਾਂ ਦੀ ਕਿਰਪਾ ਸਦਕਾ ਉਸ ਪਰਮੇਸ਼ਰ, ਉਹ ਨਾਰਾਇਣ ਦਾ ਮਿਲਾਪ ਹੋ ਜਾਂਦਾ ਹੈ, ਕਿਉਂਕਿ ਕਰਨ ਕਾਰਨ ਪ੍ਰਭੂ ਹੀ ਹੈ। ਲੇਕਿਨ ਜੇ ਅਸੀਂ ਆਪਣੀ ਮੱਤ ਛੱਡ ਕੇ ਉਸ ਨੂੰ ਸੁਣਦੇ ਤੇ ਮੰਨਦੇ ਹਾਂ, ਜਿਵੇਂ ਬੱਚਾ ਹੈ, ਛੋਟਾ ਜਿਹਾ ਬੱਚਾ ਹੈ, ਜੋ ਬੱਚੇ ਨੂੰ ਕਵਾਂਗੇ ਮੰਨ ਲੈਂਦਾ, ਕਿਉਂਕਿ ਆਪਣੀ ਮੱਤ ਨਹੀਂ ਹੁੰਦੀ, ਬਾਲ ਬੁੱਧ ਜਿਹੜੀ ਹੁੰਦੀ ਹੈ। ਏਦਾਂ ਹੀ ਇਸ ਮਾਰਗ ਦੇ ਉੱਤੇ ਆਪਣੀ ਬੁੱਧੀ ਨੂੰ ਛੱਡ ਦੇਵਾਂਗੇ, ਜਿਵੇਂ ਸਾਨੂੰ ਕਹੇ ਉਵੇਂ ਕਮਾ ਲਵਾਂਗੇ, ਫਿਰ ਹੀ ਸਾਨੂੰ ਉਸ ਪ੍ਰਭੂ ਦਾ ਮਿਲਾਪ ਹੁੰਦਾ ਹੈ। ਫਿਰ ਉਹ ਸਾਨੂੰ ਪ੍ਰਗਟ ਹੋ ਜਾਂਦਾ, ਜਿਹੜਾ ਕਰਨ ਕਾਰਨ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਨਾਨਕ ਤਿਸ ਬਲਿਹਾਰ ਨਾ ਹੈ, ਜਲ ਥਲ ਮਹੀਲ ਸੋਇ, ਜੋ ਹਰ ਥਾਂ ਤੇ ਹੈ। ਫਿਰ ਅਗਲਾ ਸ਼ਬਦ ਢੋਡੀ, ਮਹੱਲਾ ਪੰਜਵਾਂ। ਢੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ, ਹਰ ਹਰ ਨਾਮ ਸਦਾ ਸਦ ਜਾਪ। ਹਰੀ ਦਾ ਨਾਮ ਸਦਾ ਜਪ ਤੇ ਜਾਪ, ਸਦਾ ਸਦ ਜਾਪ, ਸਦਾ ਹੀ ਉਸਨੂੰ ਜਾਪਣਾ। ਜਾਪ ਦਾ ਹੈ ਦਰਸ਼ਨ ਕਰਨੇ, ਦੇਖਣਾ। ਜਿਹੜਾ ਇੱਕ ਜਪ ਹੈ ਤੇ ਇੱਕ ਜਾਪ ਹੈ। ਜਾਪ ਦੇਖਣ ਨੂੰ ਕਹਿੰਦੇ ਨੇ ਕਿ ਸਦਾ ਉਸਦੇ ਦਰਸ਼ਨ ਕਰਦਾ ਰਹੇ, ਸਦਾ ਉਸਦੇ ਨਾਮ ਨੂੰ ਦੇਖਦਾ ਰਹੇ। ਪਰ ਕਦੋਂ ਇਹ ਅਵਸਥਾ ਬਣਦੀ ਹੈ? ਸਦਾ ਹੀ ਜਿਹੜਾ ਨਾਮ ਪ੍ਰਗਟ ਹੋ ਜਾਂਦਾ ਹੈ, ਜਦੋਂ ਪ੍ਰਭੂ ਆਪ ਕਿਰਪਾ ਕਰਦਾ ਹੈ। ਧਾਰ ਅਨਗ੍ਰਹ ਪਾਰ ਬ੍ਰਹਮ ਸੁਆਮੀ, ਬਸ ਦੀ ਕੀਨੀ ਆਪ ਜਦੋਂ ਸਾਡੇ ਗ੍ਰਹਿ ਹਿਰਦੇ ਰੂਪੀ ਘਰ ਦੇ ਵਿੱਚ ਆਪ ਵਸ ਜਾਂਦਾ ਹੈ, ਆਪ ਫਿਰ ਸਾਨੂੰ ਪ੍ਰਗਟ ਹੋ ਜਾਂਦਾ ਹੈ। ਫਿਰ ਆਪ ਆਪਣਾ ਜਾਪ ਜਪਾਉਂਦਾ ਹੈ, ਫਿਰ ਆਪ ਦਰਸ਼ਨ ਦਿੰਦਾ ਹੈ। ਕਿਉਂਕਿ ਜਦ ਤੱਕ ਪ੍ਰਗਟ ਨਹੀਂ ਹੁੰਦਾ, ਸਾਡੇ ਹਿਰਦੇ 'ਚ ਵਸਦਾ ਨਹੀਂ, ਅਸੀਂ ਉਸ ਨੂੰ ਦੇਖ ਨਹੀਂ ਸਕਦੇ, ਦਰਸ਼ਨ ਨਹੀਂ ਕਰ ਸਕਦੇ। ਇਹੋ ਪੰਕਤੀਆਂ ਨੇ, ਜਿਸ ਕੇ ਸੇ ਫਿਰਤੇ ਨਹੀਂ ਸੰਭਾਲੇ, ਬਿਨ ਸੇ ਸੋਗ ਸੰਤਾਪ। ਜਿਸ ਦੇ ਆਪਾਂ ਹੈਗੇ ਸੀ, ਉਹੀ ਸਾਨੂੰ ਸੰਭਾਲ ਲੈਂਦਾ ਹੈ। ਸਾਡੇ ਅੰਦਰੋਂ ਸੋਗ ਸੰਤਾਪ ਜਿਹੜਾ ਸੀ, ਤ੍ਰੈਗੁਣੀ ਸੰਤਾਪ ਸੀ ਤੇ ਸੋਗ ਸੀ, ਉਹ ਖਤਮ ਹੋ ਜਾਂਦਾ, ਮਨ ਆਨੰਦ ਵਿੱਚ ਆ ਜਾਂਦਾ ਹੈ। ਹਾਥ ਦੇ ਰਾਖੇ ਜਨ ਆਪਣੇ, ਹਰ ਹੋਏ ਮਾਈ ਬਾਪ। ਕਹਿੰਦੇ ਆਪ ਹਰੀ ਪਰਮੇਸ਼ਰ ਸਾਡਾ ਮਾਂ ਬਾਪ ਬਣ ਜਾਂਦਾ ਹੈ।
ਆਪ ਹੱਥ ਦੇ ਕੇ ਸਾਨੂੰ ਰੱਖ ਲੈਂਦਾ ਹੈ, ਆਪਣੇ ਜਨਾਂ ਨੂੰ ਆਪ ਰੱਖਦਾ ਹੈ। ਜਿਵੇਂ ਮਾਤਾ ਪਿਤਾ ਬੱਚੇ ਨੂੰ ਪਾਲਦਾ ਹੈ, ਏਦਾਂ ਹੀ ਆਪ ਪਰਮੇਸ਼ਰ ਸਾਡਾ ਮਾਤਾ ਪਿਤਾ ਬਣ ਜਾਂਦਾ, ਆਪ ਸਾਡੀ ਰਾਖੀ ਕਰਦਾ ਹੈ। ਜੀ ਜੰਤ ਹੋਏ ਮਿਹਰਬਾਨਾ, ਦਇਆ ਧਾਰੀ ਹਰਨਾਥ। ਐਸੀ ਪ੍ਰਭੂ ਹਰੀ ਨਾਥ ਸਾਡੇ ਦਇਆ ਧਾਰਦਾ ਹੈ ਕਿ ਸਾਨੂੰ ਸਾਰੇ 'ਚ ਹੀ ਮਾਲਿਕ ਦਾ ਗਿਆਨ ਹੋ ਜਾਂਦਾ ਹੈ। ਨਾਨਕ ਸਰਨ ਪਰੇ ਦੁੱਖ ਭੰਜਨ, ਜਾ ਕਾ ਬੜ ਪ੍ਰਤਾਪ। ਜਦੋਂ ਉਸ ਪ੍ਰਭੂ ਦੇ ਜਿਸ ਪ੍ਰਤਾਪ ਵੱਡਾ ਹੈ ਉਸ ਦੀ ਸ਼ਨ ਵਿੱਚ ਚਲੇ ਜਾਂਦੇ, ਉਹ ਪ੍ਰਗਟ ਹੋ ਜਾਂਦਾ ਹੈ, ਉਸ ਨੂੰ ਦੇਖਦੇ ਹਾਂ ਸਦਾ ਹੀ, ਫਿਰ ਉਹ ਹੀ ਸਾਰਿਆਂ 'ਚ ਵਸਦਾ ਹੈ। ਕੋਈ ਵੀ ਜੀਵ ਐਸਾ ਨਹੀਂ ਹੈ, ਚਾਹੇ ਚਾਰ ਖਾਣੀਆਂ ਦੇ ਵਿੱਚ ਹੀ ਆ ਵਸਦਾ ਹੈ। ਅੰਡਜ ਜੇਰਜ ਸੇਤਜ ਉਤਪੁਜ, ਤੇਰੇ ਕੀਤੇ ਜਨਤਾ। ਚਾਰੇ ਖਾਣੀਆਂ ਉਸੇ ਦੀਆਂ ਕੀਤੀਆਂ ਨੇ। ਏਕ ਪੁਰਬ ਮੈਂ ਤੇਰਾ ਦੇਖਿਓ, ਤੂੰ ਸਭਨਾ ਮਾਹੇ ਰਵੰਤਾ। ਕਿ ਦੇਖਿਆ ਕਿ ਸਾਰਿਆਂ 'ਚ ਹੀ ਆਪ ਰਵਿਆ ਹੋਇਆ ਹੈ, ਕਿਉਂਕਿ ਸਾਰਿਆਂ 'ਚ ਆ ਵਸਦਾ ਹੈ। ਤੇ ਫਿਰ ਸਾਨੂੰ ਉਸ ਪ੍ਰਭੂ ਦੀ ਸ਼ਨ 'ਚ ਗਿਆ ਇਹ ਭੇਤ ਆਉਂਦਾ ਹੈ, ਜਿਸ ਦਾ ਪ੍ਰਤਾਪ ਵੱਡਾ ਹੈ, ਜੋ ਜਰੇ ਜਰੇ 'ਚ ਹੈ, ਕਣ ਕਣ ਦੇ ਵਿੱਚ ਵਸਿਆ ਹੈ, ਰਮਿਆ ਹੈ। ਅਗਲਾ ਫਿਰ ਸ਼ਬਦ ਟੋਡੀ ਮਹੱਲਾ ਪੰਜਵਾਂ। ਟੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਸੁਆਮੀ ਸਰਨ ਪਰਿਓ ਦਰਬਾਰੇ, ਕੋਟ ਅਪਰਾਧ ਖੰਡਨ ਕੇ ਦਾਤੇ, ਤੁਝ ਬਿਨ ਕੌਣ ਉਧਾਰੇ। ਕਹਿੰਦੇ ਉਸ ਪਰਮੇਸ਼ਰ ਦੇ ਸ਼ਰਨ ਦੇ ਵਿੱਚ ਗਏ, ਸੁਆਮੀ ਦੇ ਸ਼ਰਨ ਦੇ ਵਿੱਚ, ਉਸ ਦੇ ਦਰਬਾਰ ਦੇ ਵਿੱਚ ਜਾ ਕੇ ਬੇਨਤੀ ਕੀਤੀ ਕਿ ਹੇ ਪ੍ਰਭੂ, ਹੇ ਕਰੋੜਾਂ ਅਪਰਾਧਾਂ ਨੂੰ ਖੰਡਣ ਵਾਲੇ ਦਾਤੇ, ਤੇਰੇ ਤੋਂ ਬਿਨਾਂ ਹੋਰ ਸਾਡਾ ਕੋਈ ਉਧਾਰ ਨਹੀਂ ਕਰ ਸਕਦਾ। ਇਸ ਕਰਕੇ ਹੇ ਪ੍ਰਭੂ, ਤੇਰੀ ਸ਼ਰਨ 'ਚ ਆਏ ਹਾਂ, ਤੇਰੇ ਜਨਾਂ ਦੁਆਰਾ ਤੂੰ ਸਾਡੇ ਤੇ ਕਿਰਪਾ ਕਰ। ਤੇਰੇ ਤੋਂ ਬਿਨਾਂ ਦੂਜਾ ਹੈ ਹੀ ਨਹੀਂ ਜਿਹੜਾ ਸਾਡਾ ਉਧਾਰ ਕਰ ਦੇਵੇ। ਖੋਜਤ ਖੋਜਤ ਬਹੁ ਪ੍ਰਕਾਰੇ, ਸਰਬ ਅਰਥ ਵਿਚਾਰੇ। ਕਹਿੰਦੇ ਖੋਜ ਖੋਜ ਕੇ ਸਭ ਪ੍ਰਕਾਰ ਨੂੰ ਖੋਜ ਕੇ ਦੇਖਿਆ, ਅਰਥ ਵਿਚਾਰ ਕੇ ਦੇਖਿਆ। ਸਾਧ ਸੰਗ ਪਰਮਗਤ ਪਾਈਐ, ਮਾਇਆ ਰਚ ਬੰਧ ਹਾਰੇ। ਕਿ ਜੇ ਸਾਧ ਸੰਗਤ ਜਾਵਾਂਗੇ ਉੱਥੋਂ ਸਾਨੂੰ ਪਰਮਗਤ ਪ੍ਰਾਪਤ ਹੋ ਜਾਏਗੀ। ਜੇ ਮਾਇਆ ਦੇ ਵਿੱਚ ਮਨ ਰਤਿਆ ਰਹੇਗਾ, ਫਿਰ ਬੰਧਨਾਂ ਦੇ ਵਿੱਚ ਪੈ ਕੇ ਆਪਣੇ ਜੀਵਨ ਨੂੰ ਹਾਰ ਜਾਏਗਾ। ਜਿਸ ਨੂੰ ਆਪਾਂ ਰੋਜ਼ ਪੜ੍ਹਦੇ ਹਾਂ ਕਿ ਆਵਰ ਕਾਜ ਤੇਰੇ ਕੀਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਵੀ ਜੇ ਤਾਂ ਸੰਗਤ ਜਾਉਂਗੇ, ਉਸ ਸਰੰਜਾਮ ਲੱਗ ਜਾਵਾਂਗੇ, ਗੁਰ ਦਾ ਗਿਆਨ ਲੈ ਕੇ ਉਸ ਨੂੰ ਕਮਾ ਲਵਾਂਗੇ, ਫਿਰ ਤਾਂ ਭਵ ਸਾਗਰ ਨੂੰ ਤਰ ਜਾਵਾਂਗੇ। ਜੇ ਮਾਇਆ ਦੇ ਰੰਗ 'ਚ ਰੱਤੇ ਗਏ, ਫਿਰ ਜਨਮ ਬਿਰਥਾ ਚਲੇ ਜਾਏਗਾ। ਇਸ ਕਰਕੇ ਸਾਨੂੰ ਸਮਝਾਇਆ ਹੈ ਕਿ ਅਸੀਂ ਖੋਜ ਕੇ ਬਹੁਤ ਪ੍ਰਕਾਰ ਸਾਰਾ ਖੋਜ ਕੇ ਦੇਖਿਆ ਹੈ ਕਿ ਸਾਧ ਸੰਗਤ ਪਰਮਗਤ ਪਾਈਏ। ਪਰਮਗਤ ਦੀ ਪ੍ਰਾਪਤੀ ਹੁੰਦੀ ਸਾਧ ਸੰਗਤ ਦੇ ਵਿੱਚ। ਮਾਇਆ ਰਚ ਬੰਧ ਹਾਰੇ, ਮਾਇਆ ਦੇ ਬੰਧਨਾਂ 'ਚ ਭੱਜ ਜਾਵਾਂਗੇ, ਫਿਰ ਹਾਰ ਜਾਵਾਂਗੇ। ਚਰਨ ਕਮਲ ਸੰਗ ਪ੍ਰੀਤ ਮਨ ਲਾਗੀ, ਸੁਰਜਨ ਮਿਲੇ ਪਿਆਰੇ। ਕਹਿੰਦੇ ਪ੍ਰਭੂ ਦੇ ਜਨ, ਪ੍ਰਭੂ ਦੇ ਪਿਆਰੇ ਮਿਲ ਗਏ, ਉਹਨਾਂ ਦਾ ਸੰਗ ਕਰਕੇ ਸਾਡੀ ਪ੍ਰੀਤ ਵੀ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ। ਪ੍ਰਭੂ ਦੇ ਚਰਨ ਕਮਲਾਂ ਦੇ ਨਾਲ ਸਾਡੇ ਮਨ ਦੀ ਪ੍ਰੀਤ ਜੁੜ ਗਈ। ਪਰ ਜੁੜੀ ਕਦੋਂ? ਸੁਰਜਨ ਮਿਲੇ ਪਿਆਰੇ। ਉਹ ਜਨ ਮਿਲੇ, ਉਸ ਪ੍ਰਭੂ ਦੇ ਪਿਆਰੇ ਮਿਲੇ, ਜਿਨ੍ਹਾਂ ਨੂੰ ਉੱਥੇ ਦਾ ਗਿਆਨ ਸੀ, ਜਿਹੜਾ ਉਸ ਪ੍ਰਭੂ ਦੇ ਚਰਨਾਂ ਦੇ ਨਾਲ ਜੁੜੇ ਸੀ। ਨਾਨਕ ਆਨੰਦ ਕਰੇ ਹਰ ਜਪ ਜਪ, ਸਗਲੇ ਰੋਗ ਨਿਵਾਰੇ। ਕਹਿੰਦੇ ਫਿਰ ਪ੍ਰਭੂ ਜਿਨ੍ਹਾਂ ਦੇ ਸਾਰੇ ਰੋਗ ਵਿਦਾਰ ਦਿੰਦਾ ਹੈ, ਉਹ ਜੀ ਫਿਰ ਸਦਾ ਆਨੰਦ ਕਰਦਾ, ਹਰੀ ਦਾ ਨਾਮ ਜਪਦਾ ਹੈ, ਫਿਰ ਗਿਆਨ ਦਿੰਦਾ, ਫਿਰ ਸਿਫਤ ਸਲਾਹ ਕਰਦਾ ਹੈ, ਫਿਰ ਮਨ ਸਦਾ ਹੀ ਆਨੰਦ ਦੇ ਵਿੱਚ ਰਹਿੰਦਾ ਹੈ। ਅਗਲਾ ਸ਼ਬਦ ਫਿਰ ਟੋਡੀ ਮਹੱਲਾ ਪੰਜਵਾਂ, ਘਰ ਤੀਜਾ, ਚੌਪਦੇ।
ਢੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਕਰ ਤੀਜਾ ਹੈ ਚੌਪਦੇ, ਜਿਵੇਂ ਦੋ ਪਦੇ ਸੀ ਚਾਰ ਪਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਜੋ ਪਰਮੇਸ਼ਰ ਦਾ ਗਿਆਨ ਹੈ, ਸਤਿਗੁਰ ਦੀ ਕਿਰਪਾ ਸਦਕਾ ਹੀ ਪ੍ਰਾਪਤ ਹੁੰਦਾ ਹੈ। ਸਤਿਗੁਰ ਦੀ ਕਿਰਪਾ ਸਦਕਾ ਹੀ ਸਾਡਾ ਮਿਲਾਪ ਹੁੰਦਾ ਹੈ। ਹਾਂ ਹਾਂ ਲਪਟਿਓ ਰੇ ਮੂੜੇ, ਕਛੂ ਨਾ ਥੋਰੀ, ਤੇਰੋ ਨਹੀਂ ਸੋ ਜਾਨੀ ਮੋਰੀ। ਸਮਝਾਉਂਦੇ ਨੇ ਕਿ ਮਨ ਜਿਹੜਾ ਹੈ, ਮੂਰਖ ਮਨ ਲਪਟਿਆ ਹੈ। ਕਿਸ ਨਾਲ ਲਪਟਿਆ ਹੈ? ਮਾਇਆ ਦੇ ਨਾਲ। ਮਾਇਆ ਕਿੱਥੋਂ ਸ਼ੁਰੂ ਹੁੰਦੀ? ਸਾਡੇ ਸਰੀਰ ਤੋਂ। ਤੇਰੋ ਨਹੀਂ ਸੋ ਜਾਨੀ ਮੋਰੀ, ਜੋ ਤੇਰੀ ਹੈ ਨਹੀਂ ਉਸਨੂੰ ਆਪਣੀ ਸਮਝ ਗਿਆ, ਬੈਠ ਗਿਆ ਹੈ। ਜਿਵੇਂ ਸਰੀਰ ਹੈ, ਸਰੀਰ ਵੀ ਮਾਇਆ ਹੈ। ਇਹ ਸਰੀਰ ਵੀ ਸਾਡਾ ਨਹੀਂ ਹੈ, ਇਹ ਵੀ ਮਨ ਦਾ ਨਹੀਂ ਹੈ। ਫਿਰ ਘਰ ਹੈ, ਉਸਨੂੰ ਜੀਵ ਆਪਣਾ ਸਮਝ ਲੈਂਦਾ, ਉਹ ਵੀ ਮਨ ਦਾ ਨਹੀਂ ਹੈ, ਕਿਉਂਕਿ ਤਾਂ ਬੇਗਾਨਾ ਹੈ। ਫਿਰ ਪਰਿਵਾਰ ਨੂੰ ਸਮਝ ਲੈਂਦਾ ਹੈ, ਇਹ ਵੀ ਨਹੀਂ ਹੈ। ਇਹ ਕੁਛ ਵੀ ਆਪਣਾ ਨਹੀਂ ਹੈ। ਜਿਹਨੂੰ ਨੌਵੇਂ ਪਾਤਸ਼ਾਹ ਸਮਝਾਉਂਦੇ ਨੇ, ਜੋ ਤਨ ਤੈ ਆਪਣੋ ਕਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕਾਸ਼ ਤੇਰੋ ਰੇ ਨਾਹਿ। ਦੇਖੋ ਸੋਚ ਵਿਚਾਰੀ, ਰਤਨ ਜਨਮ ਆਪਣੋ ਤਾਂ ਹਾਰਿਓ, ਗੋਬਿੰਦ ਗਤ ਨਹੀਂ ਜਾਣੀ, ਨਿਮਖ ਨਾ ਲੀਨ ਪਇਓ, ਚਰਨਨ ਸਿਓ ਬਿਰਥਾ ਅਵਸਰਾਨੀ। ਪ੍ਰਭੂ ਦੇ ਚਰਨਾਂ ਨਾਲ ਮਨ ਜੋੜਿਆ ਨਹੀਂ, ਵਿਅਰਥ ਹੀ ਸਾਡੀ ਉਮਰ ਬੀਤ ਜਾਂਦੀ ਹੈ। ਸੋ ਇਸ ਕਰਕੇ ਸਮਝਾਉਂਦੇ ਨੇ ਵੀ ਜਿਹੜੇ ਤੂੰ ਆਪਣੀ ਸਮਝੀ ਬੈਠਾ ਉਹ ਤੇਰੀ ਨਹੀਂ ਹੈ। ਤੂੰ ਲਪਟਿਆ ਹੈ। ਕਿਸ ਨਾਲ ਲਪਟਿਆ ਹੈ? ਜਿਹੜੀ ਕੁਛ ਸਮੇਂ ਦੇ ਵਾਸਤੇ ਹੈ, ਪਤਾ ਨਹੀਂ ਕਦੋਂ ਨਾਸ ਹੋ ਜਾਣਾ ਹੈ। ਇਹ ਰਹੋ ਪੰਕਤੀ ਨੇ, ਆਪਨ ਰਾਮ ਨਾ ਚੀਨੋ ਖਿਨੁਆ। ਜੋ ਰਾਮ ਹੈ ਆਪਣਾ ਹੈ, ਜੋ ਪਰਮੇਸ਼ਰ ਆਪਣਾ ਹੈ, ਇੱਕ ਖਿਨ ਪਲ ਵੀ ਉਸਨੂੰ ਨਹੀਂ ਪ੍ਰਾਪਤ ਕੀਤਾ, ਉਸਨੂੰ ਨਹੀਂ ਜਾਣਿਆ, ਪਹਿਚਾਣ ਨਹੀਂ ਕੀਤੀ। ਜੋ ਪਰਾਈ ਸੋ ਆਪਣੀ ਮਨੁਆ। ਜੋ ਪਰਾਈ ਸੀ ਮਨ, ਉਸਨੂੰ ਆਪਣੀ ਸਮਝੀ ਬੈਠਾ ਹੈ। ਇਹ ਤੁਹਾਨੂੰ ਆਪਣਾ ਸਮਝੀ ਬੈਠਾ ਹੈ। ਜੋ ਨਾਮ ਹੈ, ਰਾਮ ਹੈ, ਉਸਨੂੰ ਜੋ ਆਪਣਾ ਹੈ ਸੀ, ਉਸਨੂੰ ਇੱਕ ਖਿਨ ਪਲ ਵੀ ਚੇਤਿਆ ਨਹੀਂ ਹੈ, ਉਸਦੀ ਪਹਿਚਾਣ ਵੀ ਨਹੀਂ ਕੀਤੀ। ਨਾਮ ਸੰਗੀ ਸੋ ਮਨ ਨਾ ਬਸਾਇਓ। ਨਾਮ ਜਿਹੜਾ ਹੈ ਹਰ ਥਾਂ ਤੇ ਹੈ, ਸਦਾ ਸਾਡਾ ਸੰਗੀ ਹੈ। ਇੱਥੇ ਵੀ ਸੰਗ ਰਹਿੰਦਾ, ਅੱਗੇ ਵੀ ਨਾਲ ਨਿਭਣਾ ਸੀ, ਪਰ ਜੇ ਕਦੋਂ? ਜੇ ਉਹਨੂੰ ਮਨ ਦੇ ਵਿੱਚ ਵਸਾ ਲੈਂਦੇ। ਕਹਿੰਦੇ ਪਰ ਉਹ ਵਸਾਏ ਹੀ ਨਹੀਂ। ਨਾਮ ਨੂੰ ਮਨ ਵਿੱਚ ਹੀ ਨਹੀਂ ਵਸਾਇਆ। ਜਿਹੜਾ ਸਦਾ ਸੰਗੀ, ਜਿਹਨੇ ਸਾਡੇ ਨਾਲ ਨਿਭਣਾ ਹੈ, ਜਿਹੜਾ ਸਾਡੇ ਨਾਲ ਆਇਆ ਵੀ ਸੰਸਾਰ 'ਚ ਤੇ ਜਿਸ ਨੇ ਨਾਲ ਨਿਭਣਾ ਵੀ ਸੀ ਅੰਤ ਸਮੇਂ, ਉਸ ਨਾਮ ਨੂੰ ਚੇਤਿਆ ਨਹੀਂ ਹੈ, ਚਿਤ ਨਹੀਂ ਲਾਇਆ ਉਸ ਦੇ ਵਿੱਚ। ਨਾਮ ਸੰਗੀ ਸੋ ਮਨ ਨਾ ਵਸਾਇਓ, ਛੋੜ ਜਾਹੇ ਬਾਹੂ ਚਿਤ ਲਾਇਓ। ਜਿਸ ਨੂੰ ਛੱਡ ਜਾਣਾ ਉਹਦੇ ਨਾਲ ਚਿਤ ਲਾਇਆ ਹੈ। ਤਨ ਵੀ ਛੱਡ ਜਾਣਾ ਹੈ, ਕਿਉਂਕਿ ਤਨ ਤੋਂ ਬਾਅਦ ਮਾਇਆ ਦਾ ਖੇਲ ਸ਼ੁਰੂ ਹੁੰਦਾ ਹੈ। ਤਨ ਵੀ ਇੱਥੇ ਚਲੇ ਜਾਣਾ, ਇੱਥੇ ਛੱਡ ਕੇ ਚਲੇ ਜਾਣਾ ਹੈ। ਇਸ ਕਰਕੇ ਮਨ ਨੂੰ ਸਮਝਾਉਂਦੇ ਨੇ ਵੀ ਤੂੰ ਛੱਡ ਕੇ ਜਾਣਾ, ਤੇਰੇ ਨਾਲ ਨਹੀਂ ਜਾਣੀ, ਉਹਦੇ ਨਾਲ ਤੂੰ ਚਿਤ ਲਾਇਆ ਹੈ। ਜੋ ਨਾਮ ਤੇਰਾ ਸੰਗੀ ਹੈ, ਉਸਨੂੰ ਕਦੇ ਮਨ ਦੇ ਵਿੱਚ ਵਸਾਇਆ ਨਹੀਂ। ਜੋ ਸੰਚਿਓ ਸੋ ਸੰਚਿਓ, ਜਿਤ ਭੂਖ ਤਸਾਇਓ। ਤੂੰ ਉਹ ਪ੍ਰਾਪਤ ਕੀਤਾ ਜਿਹਦੇ ਨਾਲ ਤੈਨੂੰ ਭੁੱਖ ਲੱਗਣੀ ਹੈ, ਹੋਰ ਤੈਨੂੰ ਤ੍ਰਿਸ਼ਨਾ ਲੱਗਣੀ ਹੈ ਮਾਇਆ ਦੀ। ਉਸ ਮਾਇਆ ਨੂੰ ਤੂੰ ਪ੍ਰਾਪਤ ਕੀਤਾ ਹੈ, ਨਾਮ ਨਹੀਂ ਪ੍ਰਾਪਤ ਕੀਤਾ ਜਿੱਥੇ ਮਨ ਨੇ ਤ੍ਰਿਪਤ ਹੋਣਾ ਸੀ। ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ। ਪਰ ਜਿਹੜਾ ਅੰਮ੍ਰਿਤ ਨਾਮ ਤੋਸਾ ਖਜ਼ਾਨਾ ਮਨ ਦਾ, ਉਹ ਪ੍ਰਾਪਤ ਨਹੀਂ ਕੀਤਾ। ਉਹ ਪ੍ਰਾਪਤ ਕੀਤਾ ਜਿਹੜਾ ਤੂੰ ਛੱਡ ਕੇ ਚਲੇ ਜਾਣਾ ਹੈ, ਜਿਹਦੇ ਨਾਲ ਤੈਨੂੰ ਤ੍ਰਿਸ਼ਨਾ ਲੱਗਣੀ ਹੈ, ਤਾਂ ਮਾਇਆ ਦੀ ਅਗਨ ਤੇ ਵੀ ਸੜਨਾ ਹੈ। ਉਸ ਮਾਇਆ ਨੂੰ ਤੂੰ ਪ੍ਰਾਪਤ ਕੀਤਾ ਹੈ। ਕਾਮ ਕ੍ਰੋਧ ਮੋਹ ਕੋ ਪਰਿਓ। ਕਹਿੰਦੇ ਕਿੱਥੇ ਫਸਿਆ ਹੈ? ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਮੋਹ ਦੇ ਵਿੱਚ। ਇਹ ਅੰਧਕੂਪ ਨੇ, ਇਹਨਾਂ ਦੇ ਵਿੱਚ ਮਨ ਫਸਿਆ ਪਿਆ ਹੈ। ਕਾਮ ਕ੍ਰੋਧ ਮੋਹ ਕੂਪ ਭਰਿਆ, ਗੁਰ ਪ੍ਰਸਾਦ ਨਾਨਕ ਕੋ ਤਰਿਆ। ਪਰ ਐਸੇ ਖੂਹ ਦੇ ਵਿੱਚੋਂ, ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚੋਂ ਗੁਰ ਦੀ ਕਿਰਪਾ ਸਦਕਾ ਕੋਈ ਵਿਰਲਾ ਜੀਵ ਹੀ ਤਰਦਾ ਹੈ,
जिन्हां ते प्रभु खुश हुंदा है। नहीं फस जाते ने जीव, क्योंकि मोह माया करके फस जाता है। सो आओ प्यारिओ, हुण आपां उस मालिक दे नाल जुड़िए। प्रेम भगती जो है आपां नूं समझाया है वो करिए। उसदे वास्ते आपां किवें प्रेम करना है परमेश्वर दे नाल, किवें ध्याना है, क्योंकि परमेश्वर ध्यान दे विच है। सिर्फ आपां दर्शन कर सकते हाँ, उहदे बारे कह नहीं सकते, वो अखरां दे विच बयान नहीं किया जा सकता। सिर्फ उसनूं माणिया जाता है, उसदे आनंद नूं मान सकते हाँ। जो उसनूं जानदा है, जो उस विच समाउंदा है, उही उसनूं जानदा है। जिन्हों महाराज समझाउंदे ने, बिस्मन बिस्म पए बिस्माद, जिन बुझिया तिस आया सवाद। भी जिन्हें उसनूं बुझ लिया, जान लिया उन्हों, फिर यह आनंद आउंदा है। सो आपां की करना है, आपां जो बाणी विचारते हाँ, सतगुरां ने जिहड़ी बाणी लिखी है, ये साडे मन दे वास्ते है। मन तन दे विच किथे है? तन दे विच जोत है, ते जोत किथे रखी है? नेत्रां दे विच। ए नेत्रो मेरेओ, हर तो मैं जोत धरी। हुण नेत्र दो हो गए। जिउं ही साडा मन आके जदों अपने शरीर दा जन्म हुंदा है, मन पाउण च मिलदा है, नेत्र खुलदे ने, दो जोतां च हो जाता है। पहला बच्चे नूं पता रहिंदा है, बच्चा अभ्यास करदा रहिंदा है बार बार, पर जदों फिर इसनूं आपां खिलाउणे शुरू कर दिंदे हां, फिर यह इधर मस्त हो जाता है, नाम नूं भुल जाता है। सो इस तरीके नाल सानूं समझाया है कि साडी लिव टुट जाती है, पर आपां नूं दस्सिया कि आपां फिर लिव जोड़ सकते हाँ। किवें लिव टुटदी, कदों टुटदी है? जिन्हों महाराज समझाउंदे ने, जैसी अगन उदर माहे तैसी बाहर माया, माया अगन सब इको जेही करते खेल रचाया, जा तिस पाना ता जमया प्रवार भला पाया, लिव छुड़की लगी तृष्णा माया मर परताया। ए माया जे तार बिसरे मोपजा बहुत ऊंचा लाया, गुर प्रसादी जिन्हां लिव लागी तिन्हें विचे माया पाया। आपां फिर माया च रह के पा सकते हैं उस परमेश्वर नूं। उसदे वास्ते आपां नूं एक दृष्ट होना पैंदा है। आपां नूं किवें पता लगे कि असीं एक दृष्ट हाँ कि नहीं हाँ? उसदे वास्ते सानूं तरीका समझाया कि जिहड़ी अपनी दो दृष्टि है, नेत्र ने, इन्हां नूं इस पॉइंट ते आपां सम कर लेना, फोकस करना है। दोनों नेत्रां नूं एक तीर की तरह इस पॉइंट ते फोकस करना है। इहदा इत्थे फोकस करन दे नाल जेकर नक दिसदा है, फिर आपां दो दृष्टि च हाँ। जे नक नहीं दिसदा, एक दृष्ट हाँ। फिर आपां ध्यान लावांगे, फिर आपां ये भी देख सकते हैं कि साडा ध्यान किस पासे ज़्यादा है। किसी जीव नूं सज्जे पासे ध्यान ज़्यादा हुंदा है, उसनूं अपना नक सज्जे पासे दिसदा है। किसी जीव का ध्यान खब्बे पासे ज़्यादा हुंदा, उसनूं खब्बे पासे नक दिसदा है। कई जीव हुंदे ने जिहड़े सतोगुणी हुंदे ने, उन्हां दा ध्यान विचाले हुंदा है, उन्हां नूं नक दोनों पासों दिसदा है। जदों एक दृष्ट हुंदे हां, नक नहीं दिसदा। जदों नाम ते आउंदे हां, मुख उज्जल हुंदा है, प्रकाश रूप हुंदा है। सो आपां हुण की करना है, आपां अपने आप नूं पहचानना है। जेकर कोई नवां जीव, उसने समझण दी कोशिश करनी है, क्योंकि बाल बुद्ध आपां चेतना है, अपनी मत छड्ड के चेतना है। बड़ा सौखा है, बड़ा आनंद दा मार्ग है। जिन्हां नूं आनंद आउणा शुरू हो गया, वो फिर इस नूं छड्ड नहीं सकदे। जिवें अमली अमल नूं नहीं छड्ड सकदा, जिन्हां नूं प्रभु दा रस आ गया, वो फिर इस नूं छड्डदे नहीं। हुण आपां की करना है, अपनी दृष्टि नूं इस पॉइंट ते पहला इत्थे टका के देखांगे कि नक दिसदा है जां नहीं दिसदा। जे दिसदा, किस पासों दिसदा, सज्जे खब्बे जां दोनों पासे, तो इन्ना देखना। इत्थों फिर मैं आप जी नूं आवाज़ देवांगा कि ध्यान सामने लेके आओ। इत्थों आपां सामने देखना है। इत्थों फिर मैं आप जी नूं आवाज़ देवांगा कि ध्यान मस्तक दे सामने लै जाओ। आपां पलकां उत्ते चुक देंगे। इत्थों फिर जदों मैं कहांगा ध्यान सामने लै आओ, फिर सामने देखना है।
फिर जो कहांगा सम करके देखो, फिर नक ते पॉइंट ते देखना ही है फिर कि एक दृष्ट हो गए। जो एक दृष्ट हो गए नक नहीं दिसेगा। इस पासे एक हल्की परछाई दिस सकती खब्बे पासे, क्योंकि इस पासे ही साड़ी सूक्ष्मता प्रगट होनी है। ट्रांसपेरेंट हो जाना है नक ने। मुख ਨੂੰ देखूंगे वो भी ट्रांसपेरेंट, इतने सारे देखांगे ट्रांसपेरेंट दिसना शुरू हो जाता है। सो आओ सारे करके देखिए आप अपनी दृष्टि ਨੂੰ सम करिए, इस पॉइंट ते करके देखिए कि नक दिसता या नहीं दिसता। सब तो पहला यही देखना होंगे, आपे दी पहचान करनी होंगी है। जे दिखता किस पासे तो दिसता, सज्जे खब्बे या दोनों पासे तो। आओ करिए। सामने लेके आइए ध्यान, सामने देखिए। मस्तक दे सामने ले जो ध्यान, पलकां उत्ते चुको। फिर सामने लेके आइए ध्यान। फिर नक ते सम करके देखिए दृष्टि। ਹੁਣ देखना है जे किसी ਨੂੰ पहला नक दिसता सी कि ਹੁਣ दिसनों हट गया, क्योंकि जो एक दृष्ट हो गए नक नहीं दिसेगा। सब तो पहला पॉइंट ही अपना की है ना नक। खब्बे पासे हल्का जिहा परछाई सानूं दे सकती है, घबराउणा नहीं हुंदा। जे खब्बे पासे एक हल्की परछाई जी नज़र आउंदी है, वो निर्मल हो जाएगी जदों आपां अभ्यास करांगे। आओ आपां ध्यान नीचे लैके चलीए। नीचे जो भी कपड़ा वगैरह विछिया जिथे आपां बैठे हैं, उस तो थोड़ा उपर देखने की कोशिश करांगे। सानूं उस कपड़े के उत्ते ही प्रकाश अनुभव होना शुरू होएगा। जिवें पानी ਦੀਆਂ लहरां ਹੁੰਦੀਆਂ ਸਰੋਵਰ ਦੇ ਵਿੱਚ, इदां ਦੀ ਸਾਨੂੰ एक हलचल अनुभव होनी शुरू हो जाती है। कपड़े के उत्ते ही बड़ा ही निर्मल होंदा है, क्योंकि कोई वस्तु नहीं, ना तरल है ना स्थूल है, ये प्रकाश है, अनुभवी है। फिर सम करके अपने आप में देखिए, दृष्टि सम करके फिर अपने आप में देखिए। फिर नीचे लीजिए ध्यान।
बिल्कुल रिलैक्स, नीचे ध्यान लीजिए। फिर सम करके अपने आप को देखिए, फिर दृष्टि सम करके अपने आप को, क्योंकि अपने आप को आप ज़्यादा पहचानना, अपने खुद नाल जुड़ना है। जिस दिन अपने आप नाल जुड़ गए, आपे दी पहचान हो गई, उस दिन ही असी नाम नाल जुड़ जाते हाँ, परमेश्वर नाल जुड़ जाते हाँ। फिर नीचे लीजिए ध्यान, बिल्कुल रिलैक्स देखना है नीचे। फिर सम करके देखे अपने आप को। फिर नीचे लीजिए ध्यान, बिल्कुल रिलैक्स देखना है।
सामने लेके आइए ध्यान, सामने ले आइए ध्यान, रिलैक्स देखना है। अपने सारे कमरे च ध्यान च खुला छड़ देना हुंदा। जिथे आपां बैठे हां ध्यान नूं बिल्कुल खुला छड़ देना पूरे कमरे दे विच। सानूं कमरा ही प्रकाश दे नाल भर जाएगा। ऐदां लगेगा जिवें सारे पासे पानी ही पानी है। प्रकाश पानी दी न्याय सानूं अमृत जल अनुभव होएगा। मस्तक दे सामने लै जी ध्यान, पलक उत्ते चुक दो। फिर सामने ले आइए ध्यान, ध्यान सामने। नीचे ले जाइए ध्यान,
और सम करके अपने आप देखी, फिर दृष्टि सम करके अपने आप देखी। और सम करके देखे अपने आप। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके नाल आपे नूं पहचानना है, दृष्टि सम करके अपने आप नूं देखना, अपने मुख नूं देखना। अपना मुख प्रकाश हो जाएगा, अपने मुख की पहचान हो जाएगी, प्रकाश की पहचान होएगी। उस पहचान के फिर आपां सारे पहचानना है। सानूं सारे पासे ही ट्रांसपेरेंट दिसना शुरू हो जाएगा। सानूं सारे पासे इदां होएगा जिवें ਅਸੀਂ ਸ਼ੀਸ਼ ਮਹਿਲ ਦੇ ਵਿੱਚ ਤੁਰੇ ਫਿਰਦੇ ਹਾਂ। ਸਾਰਾ ਸੰਸਾਰ ਹੀ ਉਸ ਦੇ ਵਿੱਚ ਹੀ ਤੁਰਿਆ ਫਿਰਦਾ ਹੈ। ਜਿੱਥੇ ਗੁਰੂ ਸਾਹਿਬਾਨ ਨੇ ਦੇਖ ਕੇ ਰਹਿਰਾਸ ਦੀ ਬਾਣੀ 'ਚ ਆਪਾਂ ਪੜ੍ਹਦੇ ਹਾਂ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਸੋ ਇੰਨੀ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।